ਦੋਸਤੋ, ਇੱਕ ਮੁਲਕ ਹੈ ਕਿਰਗਿਜ਼ਸਤਾਨ, ਸਾਡੇ ਰੀਜਨ 'ਚ ਵਸਤ ਏਸ਼ੀਆ ਦੇ ਵਿੱਚ। ਅਤੇ ਉਹਦੀ ਸ਼ੋਹਰਤ ਪਾਕਿਸਤਾਨ ਦੇ ਹਵਾਲੇ ਨਾਲ ਇਹ ਵੇ ਕਿ ਦੋ ਤਿੰਨ ਚੀਜ਼ਾਂ ਨੇ ਜਿਹਦੀ ਵਜ੍ਹਾ ਨਾਲ ਅਸੀਂ ਉਹਨੂੰ ਜਾਣਦੇ ਹਾਂ। ਇੱਕ ਤਾਂ ਜ਼ਿਆਦਾ ਆਬਾਦੀ ਜਿਹੜੀ ਹੁੰਦੀ ਹੈ ਉਹ ਮੁਸਲਮਾਨਾਂ ਦੀ। ਦੂਸਰੇ ਇਹ ਵੇ ਕਿ ਉੱਥੇ ਮੈਡੀਕਲ ਦੀ ਤਾਲੀਮ ਬੜੀ ਸਸਤੀ ਹੈ। 15 ਤੋਂ 20 ਲੱਖ ਰੁਪਏ ਦੇ ਵਿੱਚ MBBS ਦਾ ਪੂਰਾ ਜਿਹੜਾ ਉੱਥੇ ਮੁਕੰਮਲ ਹੋ ਜਾਂਦਾ ਹੈ ਕੋਰਸ। ਪਾਕਿਸਤਾਨ ਦੇ ਵਿੱਚ MBBS ਜਿਹੜਾ 50 ਤੋਂ ਲੈ ਕੇ 80 ਲੱਖ ਰੁਪਏ ਦੇ ਵਿੱਚ ਹੋ ਰਿਹਾ। ਅਤੇ ਫਿਰ ਉਹ ਲੋਕ ਜਿਹੜੇ ਆਪਣੇ ਬੱਚਿਆਂ ਨੂੰ ਡਾਕਟਰ ਬਣਾਉਣਾ ਚਾਹੁੰਦੇ ਨੇ ਔਰ ਉਹਨਾਂ ਕੋਲ ਵਸਾਇਲ ਥੋੜ੍ਹੇ ਨੇ, ਉਹ ਉਹਨਾਂ ਨੂੰ ਬੱਚਿਆਂ ਨੂੰ ਕਿਰਗਿਜ਼ਸਤਾਨ ਭੇਜ ਦਿੰਦੇ ਨੇ ਅਤੇ ਉੱਥੇ ਉਹ ਬੱਚੇ ਪੜ੍ਹਦੇ ਨੇ। ਇਹ ਪਿਛਲੇ ਕਈ ਸਾਲਾਂ ਤੋਂ ਇਹ ਪ੍ਰੋਸੈਸ ਉੱਥੇ ਹੋ ਰਿਹਾ ਪਾਕਿਸਤਾਨ ਦੇ ਹਵਾਲੇ ਨਾਲ। ਔਰ ਪਾਕਿਸਤਾਨੀਆਂ ਨੂੰ ਉੱਥੇ ਕੋਈ ਇੱਧਰ ਮੇਜਰ ਖਤਰਾ ਵੀ ਨਹੀਂ। ਉੱਥੇ ਉਸੇ ਤਰ੍ਹਾਂ ਦੇ ਅਕਾਇਦ ਨੇ ਲਗਭਗ ਜਿਸ ਤਰ੍ਹਾਂ ਦੇ ਪਾਕਿਸਤਾਨ ਦੇ ਵਿੱਚ ਨੇ ਲੋਕਾਂ ਦੇ। ਅਤੇ ਮਸਲਾ ਇਸ ਤਰ੍ਹਾਂ ਪੈਦਾ ਹੋਇਆ, ਤਾਜ਼ਾ ਤਰੀਨ ਜਿਹੜਾ ਤਨਾਜ਼ਾ ਕਿ ਉੱਥੇ ਇੱਕ ਹੋਸਟਲ 'ਚ ਮੁਕੀਮ ਮਿਸਰੀ ਤਾਲਬਾ ਸੀ। ਉਹਨੂੰ ਮੁਕਾਮੀ ਕੁਝ ਜਿਹੜੇ ਨੌਜਵਾਨ ਨੇ ਉਹਨਾਂ ਨੇ ਛੇੜਛਾੜ ਕੀਤੀ ਉਹਦੇ ਨਾਲ। ਇਹਦੇ ਉੱਤੇ ਜਿਹੜੇ ਉਹਦੇ ਨਾਲ ਦੇ ਮਿਸਰੀ ਮੇਲ ਸਟੂਡੈਂਟ ਸਨ, ਉਹਨਾਂ ਨੇ ਉਹ ਛੇੜਛਾੜ ਕਰਨ ਵਾਲੇ ਮੁਕਾਮੀ ਤਾਲਬ ਇਲਮ ਦੇ ਉੱਤੇ ਤਸ਼ੱਦਦ ਕੀਤਾ। ਜੋ ਤਸ਼ੱਦਦ ਹੋਇਆ ਅਤੇ ਉਹਨੇ ਰਾਬਤਾ ਕਰਕੇ ਇੰਟਰਨੈਟ ਦੇ ਉੱਤੇ WhatsApp ਔਰ Facebook ਦੇ ਉੱਤੇ ਆਪਣੇ ਜਿਹੜੇ ਦੋਸਤ ਨੇ ਮੁਕਾਮੀ ਉਹਨਾਂ ਨੂੰ ਉੱਥੇ ਬੁਲਾ ਲਿਆ। ਅਤੇ ਜਿੱਥੇ ਜਿੱਥੇ ਵੀ ਫਿਰ ਇੰਟਰਨੈਸ਼ਨਲ ਸਟੂਡੈਂਟਸ ਹੈਗੇ ਸਨ ਜਿਹੜੇ ਹੋਸਟਲਾਂ ਦੇ ਉੱਤੇ, ਉਹ ਮੁਕਾਮੀ ਲੋਕਾਂ ਨੇ ਉਹਦੇ 'ਤੇ ਹਮਲਾ ਕਰਤਾ ਨੌਜਵਾਨਾਂ ਨੂੰ। ਅਤੇ ਇਹਦੇ ਨਾਲ ਉੱਥੇ ਇੱਕ ਜੰਗ ਦੀ ਕੈਫੀਅਤ ਅਸੀਂ ਵੇਖੀ। ਬਹੁਤ ਸਾਰੇ ਉੱਥੇ ਹਜ਼ਾਰਾਂ ਦੀ ਤਾਦਾਦ 'ਚ ਪਾਕਿਸਤਾਨੀ ਸਟੂਡੈਂਟ ਨੇ, ਥੋੜ੍ਹੀ ਤਾਦਾਦ ਨਹੀਂ ਹੈਗੀ। ਇਸੇ ਤਰ੍ਹਾਂ ਇੰਡੀਅਨਸ ਨੇ, ਬੰਗਲਾਦੇਸ਼ੀ ਨੇ, ਸਾਡੇ ਰੀਜਨ ਦੇ ਬਾਕੀ ਕਾਫੀ ਮੁਲਕ ਨੇ ਜਿੱਥੇ ਲੋਕ ਗੁਰਬਤ ਦੀ ਵਜ੍ਹਾ ਨਾਲ ਆਪਣੇ ਬੱਚਿਆਂ ਨੂੰ ਮੈਡੀਕਲ ਦੀ ਤਾਲੀਮ ਨਹੀਂ ਦਵਾ ਪਾ ਰਹੇ ਜਾਂ ਹੋਰ ਟੈਕਨੀਕਲ ਐਸੀ ਤਾਲੀਮ ਜਿਹੜੀ ਮਹਿੰਗੀ ਹੈ ਇੱਥੇ। ਅਤੇ ਇਹਦੇ ਨਤੀਜੇ ਦੇ ਵਿੱਚ ਉੱਥੇ ਜਨਾਬ ਬੜਾ ਫਸਾਦਾਤ ਹੋ ਗਏ ਦੋਵਾਂ ਤਰਫ। ਔਰ ख़ਾਸ ਤੌਰ 'ਤੇ ਚੂੰਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉੱਥੇ ਲੜਨ ਤਾਂ ਗਏ ਨਹੀਂ ਹੈਗੇ, ਨਾ ਹੀ ਇਹਨਾਂ ਨੂੰ ਉਸ ਤਰ੍ਹਾਂ ਦੀ ਸਪੋਰਟ ਉੱਥੇ ਹਾਸਲ ਹੈ। ਅਤੇ ਉਹਦੀ ਵਜ੍ਹਾ ਇਹ ਬਣੀ, ਉਹਦੀ ਸਬਬ ਦੇ ਨਾਲ ਕਿ ਇਹਨਾਂ ਦਾ ਨੁਕਸਾਨ ਜ਼ਿਆਦਾ ਹੋਇਆ। ਕਈ ਸਟੂਡੈਂਟਸ ਜਿਹੜੇ ਨੇ ਜਿਹਨੇ ਤਾਦਾਦ ਸੈਂਕੜਾ ਦੱਸੀ ਜਾਂਦੀ ਹੈ, ਉਹ ਜ਼ਖਮੀ ਹੋਏ ਨੇ। ਬਹੁਤ ਸਾਰੀਆਂ ਬੱਚੀਆਂ ਦੇ ਨਾਲ ਬਦਸਲੂਕੀ ਦੇ ਮਾਮਲਾਤ ਆਏ ਨੇ ਸਾਹਮਣੇ। ਅਤੇ ਇਹਦੇ ਉੱਤੇ ਸਾਰੀ ਸੂਰਤ ਹਾਲ ਪਾਕਿਸਤਾਨੀ ਸਟੂਡੈਂਟਸ ਜਿਹੜੇ ਸਨ, ਸਾਨੂੰ ਕੰਸਰਨ ਉਹਨਾਂ ਦੇ ਹਵਾਲੇ ਨਾਲ ਵੀ ਹੈਗਾ ਸੀ। ਅਤੇ ਉਹਨਾਂ ਸਟੂਡੈਂਟਸ ਦੇ ਕੋਈ 700 ਦੇ ਕਰੀਬ ਜਿਹੜੇ ਨੇ ਉਹ ਪਿਛਲੇ ਕੱਲ੍ਹ ਰਾਤ ਤੋਂ ਜਿਹੜੀ ਫਲਾਈਟਸ ਆਈਆਂ ਨੇ ਉਹ ਪਾਕਿਸਤਾਨ ਪਹੁੰਚ ਚੁੱਕੇ ਨੇ ਉੱਥੇ। ਔਰ ਪਾਕਿਸਤਾਨ ਦੇ ਜਿਹੜੇ 3 ਵਜ਼ੀਰ ਨੇ ਉਹ ਗਏ, ਇਸਹਾਕ ਡਾਰ ਸਾਹਿਬ ਗਏ, ਅਤਾ ਤਾਰੜ ਸਾਹਿਬ ਸਨ, ਔਰ ਫਿਰ ਅਮੀਰ ਮੁਕਾਮ। ਇਹਨਾਂ ਜਾ ਕੇ ਉੱਥੇ ਪਾਕਿਸਤਾਨੀ ਸਟੂਡੈਂਟਸ ਨੂੰ ਵਾਪਸ ਲਿਆਉਣ ਦੇ ਵਿੱਚ ਜਿਹੜਾ ਆਪਰੇਸ਼ਨ ਨੇ ਉਹਦਾ ਇੰਤਜ਼ਾਮਾਤ ਕੀਤੇ। ਪਰ ਅਸੀਂ ਇਹ ਸੋਚਣ ਰਹੇ ਹਾਂ ਕਿ ਇਹ ਸਾਰੀ ਸਿਚੁਏਸ਼ਨ ਦੇ ਵਿੱਚ ਜਿਹੜਾ ਪਾਕਿਸਤਾਨੀ ਸਫਾਰਤੀ ਅਮਲਾ ਸੀ ਉਹਦਾ ਕੀ ਰਿਹਾ ਤਰਜ਼ ਅਮਲ। ਜਿਹੜੇ ਇੱਥੇ ਸਟੂਡੈਂਟਸ ਪਹੁੰਚੇ ਨੇ ਪਾਕਿਸਤਾਨ, ਉਹਨਾਂ ਏਅਰਪੋਰਟ ਤੋਂ ਉਤਰਦੀ ਜਿਹੜੀ ਪਹਿਲੀ ਸ਼ਿਕਾਇਤ ਕੀਤੀ ਉਹ ਕੀਤੀ ਪਾਕਿਸਤਾਨ ਦੇ ਸਫਾਰਤੀ ਅਮਲੇ ਦੀ ਔਰ ਸਫਾਰਤਖਾਨੇ ਦੇ ਨਾਕਾਰਾ ਔਰ ਸੁਸਤ ਜਿਹੜਾ ਤਾਵਨ ਹੈ ਉਹਦੇ ਉੱਤੇ। ਉਹਨਾਂ ਦਾ ਇਹ ਖਿਆਲ ਹੈ, ਉਹਨਾਂ ਨੂੰ ਵੀਡੀਓਜ਼ ਵੀ ਐਸੀ ਆਈਆਂ ਨੇ, ਉਹਨਾਂ ਬੱਚਿਆਂ ਨੇ ਕਿਹਾ ਕਿ ਅਸੀਂ ਉੱਥੇ ਬਾਰ-ਬਾਰ ਸ਼ਿਕਾਇਤ ਕੀਤੀ ਕਿ ਇੱਥੇ ਹਾਲਾਤ ਖ਼ਰਾਬ ਨੇ ਔਰ ਸਾਡੇ ਸੇਫਟੀ ਵਾਸਤੇ ਕੁਝ ਇੰਤਜ਼ਾਮਾਤ ਕੀਤੇ ਜਾਣ, ਲੇਕਿਨ ਉਹਦੇ ਵਿੱਚ ਤਾਖੀਰ ਕੀਤੀ ਗਈ। ਔਰ ਫਿਰ ਇਹ ਵੀ ਹੋਇਆ ਕਿ ਸਫਾਰਤੀ ਅਮਲੇ ਨੇ ਜਵਾਬਨ ਉਹਨਾਂ ਨੂੰ ਕਹਿਣਾ ਸ਼ੁਰੂ ਕੀਤਾ, ਮੁੰਡਿਆਂ ਨੂੰ ਕੁੜੀਆਂ ਨੂੰ, ਕਿ ਤੁਸੀਂ ਇੱਥੇ ਜੋ ਕੁਝ ਹੋ ਰਿਹਾ ਇਹਦੀ ਵੀਡੀਓਜ਼ ਜਿਹੜੀਆਂ ਨੇ ਨਾ ਪਾਓ ਇੰਟਰਨੈਟ ਦੇ ਉੱਤੇ ਔਰ ਸ਼ਿਕਾਇਤ ਨਾ ਕਰੋ ਇੰਟਰਨੈਟ ਦੇ ਉੱਤੇ, ਅਤੇ ਇਹਦੇ ਨਾਲ ਸਾਡੇ ਤਲਕਾਤ ਖਰਾਬ ਹੋ। ਉਹ ਕਹਿੰਦੇ ਨੇ ਕਿ ਅਸੀਂ ਆਪਣੀ ਗੱਲ ਕਿਉਂ ਨਾ ਦੱਸੀਏ, ਅਸੀਂ ਇੱਕ ਮਸਾਇਲ ਦੇ ਵਿੱਚ ਸਾਂ, ਸਾਡੀ ਸੇਫਟੀ ਦਾ ਮਸਲਾ ਸੀ ਔਰ ਸਫਾਰਤੀ ਅਮਲਾ ਜਿਹੜਾ ਹੈ ਉਹ ਸਾਡੀ ਜਦੋਂ ਮਦਦ ਨਹੀਂ ਸੀ ਕਰ ਪਾ ਰਿਹਾ ਅਤੇ ਅਸੀਂ ਦੱਸਣਾ ਸੀ, ਦੁਨੀਆ ਨੂੰ ਕਮਿਊਨੀਕੇਟ ਕਰਨਾ ਸੀ ਕਿ ਸਾਡੇ ਨਾਲ ਹੈਗਾ ਕੁਝ ਹੋ ਸਕਦਾ ਹੈ, ਖਦਸ਼ਾਤ ਮੌਜੂਦ ਨੇ। ਔਰ ਉੱਥੇ ਪਾਕਿਸਤਾਨੀ ਜਿਹੜੇ ਨੌਜਵਾਨ ਨੇ ਉਹਨਾਂ 'ਤੇ ਵੀ ਤਸ਼ੱਦਦ ਹੋਇਆ। ਉਹ ਠੀਕ ਹੈ, ਗਵਰਨਮੈਂਟ ਕਹਿਣ ਰਹੀ ਹੈ ਕਿ ਜਨਾਬ ਕੋਈ ਪਾਕਿਸਤਾਨੀ ਸਟੂਡੈਂਟ ਜਿਹੜਾ ਉਹ ਮਰਿਆ ਨਹੀਂ ਹੈਗਾ, ਅਤੇ ਅਸੀਂ ਇੱਕ ਕਿਸੇ ਦੇ ਮਰਨ ਦਾ ਇੰਤਜ਼ਾਰ ਤਾਂ ਨਹੀਂ ਸੀ ਕਰਨਾ ਚਾਹੀਦਾ ਨਾ ਸਾਨੂੰ। ਅਗਰ ਉਹਨਾਂ 'ਤੇ ਤਸ਼ੱਦਦ ਹੋਇਆ ਤਾਂ ਇਹ ਵੀ ਕਾਫੀ। ਔਰ ਇਹ ਉਸ ਲਿਹਾਜ਼ ਨਾਲ ਉਸ ਸੂਰਤ ਹਾਲ ਦੇ ਵਿੱਚ ਮਜ਼ੀਦ ਸਾਡੇ ਵਾਸਤੇ ਇੱਕ ਤਸ਼ਵੀਸ਼ ਦਾ ਬਾਇਸ ਬਣ ਜਾਂਦਾ ਹੈ ਕਿ ਜਦੋਂ ਅਸੀਂ ਵੇਖਦੇ ਹਾਂ ਕਿ ਉੱਥੇ ਜਿਹੜੇ ਇੰਡੀਅਨ ਸਟੂਡੈਂਟਸ ਨੇ ਉਹਨਾਂ ਦੀ ਮਦਦ ਵਾਸਤੇ ਉਹਨਾਂ ਦੀ ਅੰਬੈਸੀ ਫੌਰੀ ਤੌਰ 'ਤੇ ਮੁਤਹਰਕ ਹੋਈ
ਔਰ ਉਹਨਾਂ ਨੇ ਮੁਕਾਮੀ ਸਤ੍ਹਾ ਦੇ ਉੱਤੇ ਉਹਨਾਂ ਦੀ ਸੇਫਟੀ ਦਾ ਇੰਤਜ਼ਾਮ ਕੀਤਾ। ਮੇਰਾ ਨਹੀਂ ਖਿਆਲ ਕਿ ਇੰਡੀਅਨ ਸਟੂਡੈਂਟਸ ਵਾਪਸ ਆਪਣੇ ਮੁਲਕ ਗਏ ਹੋਣ। ਉਹਨਾਂ ਕਿਰਗਿਸਤਾਨ ਦੇ ਅੰਦਰ ਹੀ ਉਹਨਾਂ ਦੀ ਸਿਕਿਉਰਿਟੀ ਵਗੈਰਾ ਦਾ ਇੰਤਜ਼ਾਮ ਪ੍ਰੋਪਰ ਕਰ ਦਿੱਤਾ ਔਰ ਉਹਨਾਂ ਦੇ ਖਦਸ਼ਾਤ ਖਤਮ ਹੋ ਗਏ। ਇਹ ਕੁਝ ਪਾਕਿਸਤਾਨ ਦੇ ਜਿਹੜੀ ਅੰਬੈਸੀ ਇਹਨੂੰ ਵੀ ਕਰਨਾ ਚਾਹੀਦਾ ਸੀ, ਲੇਕਿਨ ਜਿਵੇਂ ਹੁੰਦਾ ਹੈ ਕਿ ਸਾਡੀਆਂ ਜਿਹੜੀਆਂ ਅੰਬੈਸੀਆਂ ਨੇ ਉੱਥੇ ਰਿਟਾਇਰਡ ਜਿਹੜੇ ਲੋਕ ਹੁੰਦੇ ਨੇ ਉਹਨਾਂ ਨੂੰ ਅੰਬੈਸਡਰ ਬਣਾ ਕੇ ਭੇਜ ਦਿੱਤਾ ਜਾਂਦਾ ਹੈ, ਜਾਂ ਕੋਈ ਸਿਆਸੀ ਤੌਰ 'ਤੇ ਕਿਸੇ ਨੂੰ ਨਵਾਜ਼ਣਾ ਹੋਵੇ, ਕਿਸੇ ਨੇ ਕਿਸੇ ਪਾਰਟੀ ਵਾਸਤੇ ਕਿਸੇ ਇਦਾਰੇ ਵਾਸਤੇ ਕੋਈ ਖਿਦਮਤ ਕੀਤੀ ਹੋਵੇ ਮਖਸੂਸ ਕਿਸਮ ਦੀ, ਅਤੇ ਉਹਨੂੰ ਸਫੀਰ ਬਣਾ ਕੇ ਭੇਜ ਦਿੱਤਾ ਜਾਂਦਾ ਹੈ। ਉਹਨਾਂ ਦੀ ਪੋਲੀਟੀਕਲ ਔਰ ਡਿਪਲੋਮੈਟਿਕ ਜਿਹੜੇ ਅਫੇਅਰਸ ਹੁੰਦੇ ਨੇ ਔਰ ਇਸ਼ੂਜ਼ ਹੁੰਦੇ ਨੇ ਉਹਨਾਂ ਨੂੰ ਹੈਂਡਲਿੰਗ ਦਾ ਤਜਰਬਾ ਨਹੀਂ ਹੁੰਦਾ। ਛੋਟੀ ਜਿਹੀ ਇੱਕ ਬਰੀਫਿੰਗ ਲੈਂਦੇ ਨੇ ਤਾਂ ਉੱਥੇ ਜਾ ਕੇ ਬਹਿ ਜਾਂਦੇ ਨੇ। ਫਿਰ ਜਦੋਂ ਐਸੀ ਸੂਰਤ ਹਾਲ ਪੈਦਾ ਹੁੰਦੀ ਤੇ ਉਹਦੇ ਨਤੀਜੇ ਦੇ ਵਿੱਚ ਉਹਨਾਂ ਦਾ ਤਰਜ਼ ਅਮਲ ਹਮੇਸ਼ਾ ਮੁਲਕ ਵਾਸਤੇ ਔਰ ਉੱਥੇ ਮੁਕੀਮ ਪਾਕਿਸਤਾਨੀਆਂ ਵਾਸਤੇ ਸ਼ਰਮਿੰਦਗੀ ਦਾ ਬਾਇਸ ਬਣਦਾ ਹੈ ਔਰ ਗੈਰ ਤਸੱਲੀ ਬਖਸ਼ ਰਹਿੰਦੀ ਸੂਰਤ ਹਾਲ। ਇਸੇ ਤਰ੍ਹਾਂ ਇਹ ਕਿਰਗਿਸਤਾਨ ਦੇ ਵਿੱਚ ਹੋਇਆ ਕਿ ਜਦੋਂ ਪਾਕਿਸਤਾਨੀ ਸਟੂਡੈਂਟਸ ਨੂੰ ਆਪਣੇ ਸਫਾਰਤਖਾਨੇ ਦੀ ਮਦਦ ਦੀ ਜ਼ਰੂਰਤ ਸੀ ਤੇ ਸਫਾਰਤਖਾਨੇ ਨੇ ਮੁਖਤਲਿਫ ਹੀਲੇ ਬਹਾਨਿਆਂ ਦੇ ਨਾਲ ਉਹਨਾਂ ਨੂੰ ਕਿਹਾ ਕਿ ਤੁਸੀਂ ਇਹਦੇ 'ਤੇ ਗੱਲ ਨਾ ਕਰੋ, ਜਾਂ ਇਹਦੇ ਉੱਤੇ ਉਹਨਾਂ ਨੂੰ ਮਦਦ ਫਰਾਹਮ ਕਰਨ ਦਾ ਜੋ ਇੰਤਜ਼ਾਮ ਹੋ ਸਕਦਾ ਸੀ ਉਹ ਨਹੀਂ ਹੋਇਆ। ਮੁਕਾਮੀ ਜਿਹੜੀ ਅਥਾਰਟੀਜ਼ ਸਨ ਉਹਨਾਂ ਨਾਲ ਜਿਸ ਤਰ੍ਹਾਂ ਅੰਗੇਜ ਉਹਨਾਂ ਨੂੰ ਕਰਨਾ ਚਾਹੀਦਾ ਸੀ ਸਫਾਰਤਖਾਨਾ ਉਹਦੇ ਵਿੱਚ ਨਾਕਾਮ ਰਿਹਾ। ਪੁਲਿਸ ਨੂੰ ਫੌਰੀ ਤੌਰ 'ਤੇ ਮੁਤਹਰਕ ਨਹੀਂ ਕਰ ਸਕਿਆ। ਸੋ ਇਹ ਚੀਜ਼ਾਂ ਨੇ ਜਿਨ੍ਹਾਂ ਦੀ ਵਜ੍ਹਾ ਨਾਲ ਨੁਕਸਾਨ ਹੋਇਆ। ਔਰ ਇੱਕ ਤਾਂ ਜ਼ਾਹਿਰ ਹੈ ਦੋ ਤਰਫਾ ਤਾਲੁਕਾਤ ਨੇ, ਉਹਦੇ ਉੱਤੇ ਵੀ ਥੋੜ੍ਹਾ ਬਹੁਤ ਇਹਦਾ ਅਸਰ ਪਵੇਗਾ। ਪਾਕਿਸਤਾਨੀ ਸਟੂਡੈਂਟਸ ਨੂੰ ਜਿਹੜੀ ਇੱਕ ਸਸਤੀ ਡੈਸਟੀਨੇਸ਼ਨ ਮਿਲੀ ਹੋਈ ਸੀ ਐਜੂਕੇਸ਼ਨ ਦੀ ਉਹ ਮੁਤਾਸਰ ਹੋਏਗੀ। ਇਹ ਅਪਰਚੁਨਿਟੀਜ਼ ਅਮੀਰ ਲੋਕਾਂ ਦਾ ਤਾਂ ਕਿਹੜਾ ਮਸਲਾ ਹੈ, ਜਿਨ੍ਹਾਂ ਕੋਲ ਵਸਾਇਲ ਹੈਗੇ ਨੇ ਉਹ ਪਾਕਿਸਤਾਨ ਦੇ ਵਿੱਚ ਵੀ ਮਹਿੰਗੀ ਤਾਲੀਮ ਹਾਸਲ ਕਰ ਰਹੇ ਨੇ ਔਰ ਇੱਥੋਂ ਫਿਰ ਯੂਰਪ ਵੀ ਜਾ ਕੇ ਪੜ੍ਹ ਲੈਂਦੇ ਨੇ, ਅਮਰੀਕਾ ਚਲੇ ਜਾਂਦੇ ਨੇ ਉੱਥੇ ਪੜ੍ਹ ਲੈਂਦੇ ਨੇ, ਅਤੇ ਬਰਤਾਨੀਆ ਚਲੇ ਜਾਂਦੇ ਨੇ, ਕੈਨੇਡਾ ਚਲੇ ਜਾਂਦੇ ਨੇ, ਆਸਟ੍ਰੇਲੀਆ ਚਲੇ ਜਾਂਦੇ ਨੇ। ਮਸਲਾ ਆਉਂਦਾ ਵੇ ਜਿਹੜੇ ਬੱਚਿਆਂ ਕੋਲ ਪੈਸੇ ਨਹੀਂ, ਜਿਨ੍ਹਾਂ ਵਾਲਦੈਨ ਕੋਲ ਪੈਸੇ ਨਹੀਂ ਔਰ ਉਹ ਆਪਣੇ ਬੱਚਿਆਂ ਵਾਸਤੇ ਚੰਗੀ ਤਾਲੀਮ ਹਾਸਲ ਕਰਨਾ ਚਾਹੁੰਦੇ ਨੇ। ਅਤੇ ਇਹੋ ਜਿਹੀ ਜਿਹੜੀ ਡੈਸਟੀਨੇਸ਼ਨ ਹੈਗੀਆਂ ਨੇ ਦੁਨੀਆ ਦੇ ਵਿੱਚ, ਪਾਕਿਸਤਾਨ ਦੀ ਅੰਬੈਸੀਜ਼ ਔਰ ਫਾਰਨ ਜਿਹੜੇ ਆਫਿਸਿਸ ਨੇ ਉਹਨਾਂ ਨੂੰ ਉਹਦੀ ਕੇਅਰ ਕਰਨੀ ਚਾਹੀਦੀ ਕਿ ਇਹ ਪਾਕਿਸਤਾਨ ਵਾਸਤੇ ਇੱਕ ਅਪਰਚੁਨਿਟੀ ਦਾ ਬਾਇਸ ਹੁੰਦੀਆਂ ਨੇ ਇਹ ਜਗ੍ਹਾ, ਅਤੇ ਉੱਥੇ ਅਗਰ ਕੋਈ ਖਰਾਬੀ ਪੈਦਾ ਹੁੰਦੀ ਤਾਂ ਉਹਦੇ ਉੱਤੇ ਫੌਰੀ ਤੌਰ 'ਤੇ ਐਕਸ਼ਨ ਲੈਣ ਦੀ ਲੋੜ ਸੀ, ਲੇਕਿਨ ਇਹ ਨਹੀਂ ਲਿਆ ਗਿਆ। ਔਰ ਇੱਕ ਹੋਰ ਉਸ ਤੋਂ ਅੱਗੇ ਵੱਧ ਕੇ ਜਿਹੜਾ ਤਰਜ਼ ਅਮਲ ਸਾਨੂੰ ਮਾਯੂਸ ਕੁਨ ਲੱਗਾ ਉਹ ਸਾਡੀ ਹਕੂਮਤ ਦਾ ਸੀ। ਸਾਡੇ ਪ੍ਰਾਈਮ ਮਿਨਿਸਟਰ ਨੇ ਕਿਹਾ ਨਹੀਂ ਜੀ ਇਹ ਤਾਂ ਕੋਈ ਮਸਲਾ ਹੀ ਨਹੀਂ ਹੈਗਾ। ਅੱਛਾ, ਇਹ ਡਿਨਾਇਲ ਦੀ ਜਿਹੜੀ ਸਟੇਟਮੈਂਟਸ ਨੇ ਇਹ ਸਾਡੀਆਂ ਹਕੂਮਤਾਂ ਦਾ ਇੱਕ ਫੈਸ਼ਨ ਬਣ ਗਿਆ। ਅਸੀਂ ਕਿਸੇ ਗੱਲ ਨੂੰ ਇਸ ਵਾਸਤੇ ਤਸਲੀਮ ਨਹੀਂ ਕਰਦੇ ਕਿ ਜੀ ਇਹਦੇ ਨਾਲ ਕ੍ਰਾਈਸਿਸ ਹੋ ਜਾਏਗਾ, ਇਹਦੇ ਨਾਲ ਤਲਕਾਤ ਖਰਾਬ ਹੋ ਜਾਣਗੇ, ਬਈ ਤੁਸੀਂ ਉਹਨੂੰ ਹੈਂਡਲ ਕਰਨ ਦੀ ਸਲਾਹੀਅਤ ਨਹੀਂ ਰੱਖਦੇ, ਇਸ ਵਾਸਤੇ ਤੁਸੀਂ ਡਿਨਾਈ ਕਰਦੇ ਜੇ। ਬਾਕੀ ਦੁਨੀਆ ਦੇ ਕੋਈ ਮੁਲਕ ਕਿਸੇ ਨੇ ਡਿਨਾਈ ਨਹੀਂ ਕੀਤਾ, ਉਹਨਾਂ ਨੇ ਮੰਨਿਆ ਕਿ ਜਨਾਬ ਇਹ ਮਸਲਾ ਹੈਗਾ। ਫਿਰ ਉਹਨਾਂ ਨੇ ਮੁਤਲਕਾ ਅਥਾਰਟੀਜ਼ ਦੇ ਨਾਲ ਗੱਲ ਕੀਤੀ ਔਰ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨਾਲ ਜ਼ਾਤੀ ਜਿਹੜੀ ਤਾਲੁਕਾਤ ਮੁਲਕੀ ਤਾਲੁਕਾਤ ਨੇ ਉਹਨਾਂ ਨੂੰ ਉਸੇ ਸਤ੍ਹਾ ਦੇ ਉੱਤੇ ਅੱਛੀ ਸਤ੍ਹਾ ਦੇ ਉੱਤੇ ਰੱਖ ਕੇ ਅੱਗੇ ਵਧਣ ਦੀ ਗੱਲ ਕੀਤੀ। ਅਤੇ ਪਾਕਿਸਤਾਨੀ ਲੀਡਰਸ਼ਿਪ ਹਮੇਸ਼ਾ ਜਿਹੜੀ ਡਿਨਾਇਲ ਕਰਦੀ ਔਰ ਡਿਨਾਇਲ ਦੇ ਨਾਲ ਇਹ ਹੁੰਦਾ ਕਿ ਸਾਡੇ ਜਿਹੜੀ ਉੱਥੇ ਕਮਿਊਨਿਟੀਜ਼ ਹੁੰਦੀਆਂ ਨੇ, ਇਹ ਸਾਡੇ ਲੋਕ ਹੁੰਦੇ ਨੇ, ਉਹਨਾਂ ਦੀ ਮੁਸ਼ਕਲਾਤ ਵੱਧ ਜਾਂਦੀਆਂ ਨੇ ਔਰ ਉਹਨਾਂ ਨੂੰ ਇਹ ਕਿਹਾ ਜਾਂਦਾ ਤੁਸੀਂ ਆਪਣਾ ਮੂੰਹ ਬੰਦ ਰੱਖੋ। ਅਤੇ ਇਹ ਤਰੀਕਾ ਨਹੀਂ ਹੁੰਦਾ ਕਿਸੇ ਸੂਰਤ ਹਾਲ ਨੂੰ ਹੈਂਡਲ ਕਰਨ। ਅਤੇ ਹਕੂਮਤ ਨੇ ਇੰਝ ਹੀ ਕੀਤਾ। ਔਰ ਮਜ਼ੀਦ ਇਹ ਹੋਇਆ ਕਿ ਅਗਰ ਐਡਾ ਵੱਡਾ ਮਸਲਾ ਨਹੀਂ ਹੈਗਾ ਤਾਂ ਫਿਰ 3 ਮਿਨਿਸਟਰ ਉੱਥੇ ਕੀ ਲੈਣਗੇ, ਜਿਨ੍ਹਾਂ 'ਚ ਇੱਕ ਡਿਪਟੀ ਵਜ਼ੀਰ ਆਜ਼ਮ ਔਰ 2 ਸੀਨੀਅਰ ਬੰਦੇ ਤੁਸੀਂ ਇਕੱਲੇ ਨਾਲ। ਫਿਰ ਇੱਥੇ ਜਦੋਂ ਆਏ ਉਹ ਸਟੂਡੈਂਟਸ ਅਤੇ ਵਜ਼ੀਰ ਦਾਖਲਾ ਨੇ ਉਹਨਾਂ ਨੂੰ ਰਿਸੀਵ ਕੀਤਾ, ਵਜ਼ੀਰ ਦਾਖਲਾ ਨੂੰ ਵੀ ਉਹਨਾਂ ਨੇ ਇਸੇ ਤਰ੍ਹਾਂ ਦੀ ਸ਼ਿਕਾਇਤ ਕੀਤੀ। ਸੋ ਵੱਡੇ ਸਤ੍ਹਾ ਦੇ ਉੱਤੇ ਜਦੋਂ ਤੁਸੀਂ ਆਪਣੀ ਮਸ਼ੀਨਰੀ ਨੂੰ ਹਿਲਾਤਾ ਔਰ ਮਸ਼ੀਨਰੀ ਨੂੰ ਕਿਹਾ ਕਿ ਇਸ਼ੂ ਨੂੰ ਵੇਖੋ, ਅਤੇ ਫਿਰ ਉਹਦੇ ਉੱਤੇ ਸੋਚ ਸਮਝ ਕੇ ਤੁਹਾਡੀ ਸਟੇਟਮੈਂਟਸ ਵੀ ਹੋਣੀਆਂ ਚਾਹੀਦੀਆਂ ਔਰ ਉਹ ਸਟੇਟਮੈਂਟ ਬਾਹਰ ਦੀ ਕਿਸੇ ਕੁਵਤ ਜਾਂ ਮੁਲਕ ਵਾਸਤੇ ਨਹੀਂ, ਤੁਹਾਡੇ ਆਪਣੇ ਲੋਕਾਂ ਦੀ ਤਸੱਲੀ ਵਾਸਤੇ ਹੋਣੀਆਂ ਚਾਹੀਦੀਆਂ। ਉਹਦੇ ਵਿੱਚ ਉਹਦਾ ਅਕਸ ਨਜ਼ਰ ਆਉਣਾ ਚਾਹੀਦਾ ਕਿ ਤੁਸੀਂ ਉਹਨਾਂ ਵਾਸਤੇ ਫਿਕਰਮੰਦ ਜੇ ਔਰ ਉਹਨਾਂ ਦੀ ਕੇਅਰ ਵਾਸਤੇ ਤੁਸੀਂ ਕੁਝ ਇਕਦਾਮ ਕੀਤਾ ਹੈ। ਇਹ 2 ਚੀਜ਼ਾਂ ਰਿਫਲੈਕਟ ਹੋਣੀਆਂ ਚਾਹੀਦੀਆਂ ਸੀ ਜਿਹੜੀਆਂ ਕਿ ਪਾਕਿਸਤਾਨ ਦੇ ਲੋਕਾਂ ਦੇ, ਪਾਕਿਸਤਾਨ ਦੇ ਹੁਕਮਰਾਨਾਂ ਦੇ ਬਸ਼ਮੂਲ ਪ੍ਰਾਈਮ ਮਿਨਿਸਟਰ ਔਰ ਮਿਨਿਸਟਰਸ ਦੇ ਬਿਆਨਾਤ ਦੇ ਵਿੱਚੋਂ ਇਹ ਸਾਹਮਣੇ ਨਹੀਂ ਆਈਆਂ। ਅੱਛਾ, ਹੁਣ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸ ਵੀ ਦੇਵਾਂ ਕਿਰਗਿਸਤਾਨ ਬਾਰੇ। ਕਿਰਗਿਸਤਾਨ ਇੱਕ ਪਹਾੜੀ ਇਲਾਕਾ ਹੈ ਜਿਹਦਾ 80% ਇਲਾਕਾ ਜਿਹੜਾ ਉਹ ਪਹਾੜਾਂ 'ਤੇ ਮੁਸ਼ਤਮਿਲ ਹੈ। ਬਹੁਤ ਗਲੇਸ਼ੀਅਰਸ ਨੇ, ਇਸੇ ਤਰ੍ਹਾਂ ਦੀ ਬੜੇ ਅੱਛੇ ਸੀਨ ਵਾਲਾ ਇਲਾਕਾ। ਔਰ ਉੱਥੇ ਪੈਟਰੋਲੀਅਮ ਹੈ, ਉਹਨਾਂ ਦੀ ਇੰਡਸਟਰੀ ਦੇ ਵਿੱਚ
ਐਗਰੀਕਲਚਰ ਹੈਗਾ ਵੇ, ਪਹਾੜਾਂ ਦੇ ਉੱਤੇ ਐਗਰੀਕਲਚਰ ਹੁੰਦਾ, ਉੱਥੇ ਬਹੁਤ ਅੱਛੀ ਉਹਨਾਂ ਦੀ। ਫਿਰ ਉਹਨਾਂ ਨੇ ਉੱਥੇ ਜਨਾਬ ਜਿਹੜੀ ਹੁੰਦੀ ਹੈ ਕੋਈ ਕਈ ਤਰ੍ਹਾਂ ਦੇ ਕੈਮੀਕਲ ਵਗੈਰਾ ਨੇ, ਔਰ ਇਹਨਾਂ ਇਲਾਕਿਆਂ ਦੇ ਵਿੱਚ ਫਿਰ ਸ਼ਰਾਬ ਦੀ ਪਾਬੰਦੀ ਨਹੀਂ ਹੈਗੀ। 18 ਸਾਲ ਦੀ ਜਿੰਦੀ ਜ਼ਿਆਦਾ ਉਮਰ ਹੈ ਉਹ ਕਿਤੋਂ ਵੀ ਸ਼ਰਾਬ ਲਈ ਲਵੇ, ਸਟੋਰਾਂ ਦੇ ਉੱਤੇ ਆਮ ਦਸਤਿਆਬ ਹੈਗੀ। ਅਤੇ ਲੋਕਾਂ ਨੂੰ ਵਾਸਤੇ ਨਾ ਉੱਥੇ ਜ਼ਿੰਦਗੀ ਗੁਜ਼ਾਰਨਾ ਬੜਾ ਆਸਾਨ ਹੈ। ਲਿਵਿੰਗ ਕਾਸਟ ਜਿਹੜੀ ਹੈ ਉਹ ਬੜੀ ਘੱਟ ਹੈ। ਇਸ ਵਾਸਤੇ ਤਾਲੀਮ ਵਾਸਤੇ ਵੀ ਲੋਕ ਉੱਥੇ ਜਾਂਦੇ ਨੇ। ਅਤੇ ਕਾਟਨ, ਤੰਬਾਕੂ, ਗੋਸ਼ਤ ਵਗੈਰਾ ਇਹਦੀ ਵੀ ਉੱਥੇ ਸਸਤੇ ਮਿਲਦੇ ਨੇ, ਔਰ ਉਹ ਦੁਨੀਆ ਨੂੰ ਐਕਸਪੋਰਟ ਵੀ ਕਰਦੇ। ਫਿਰ ਉੱਥੇ 80 ਨਸਲਾਂ ਦੇ ਲੋਕ ਰਹਿੰਦੇ ਨੇ, ਜਿਨ੍ਹਾਂ ਦੇ ਵਿੱਚ ਤਾਜਿਕ ਇਰਾਨੀ ਨਸਲ ਨੇ, ਫਿਰ ਚੀਨੀ ਯੋਗੋਰ ਹੈਗੇ ਨੇ, ਤੁਰਕ ਉਜ਼ਬਿਕ ਨੇ, ਕਿਰਗਿਜ਼ ਹੈਗੇ ਨੇ, ਤੁਰਕ ਕਾਜ਼ਿਕ ਹੈਗੇ ਨੇ, ਸਲਾਵਿਕ ਨਸਲ ਦੇ ਹੈਗੇ ਨੇ, ਯੂਕਰੇਨੀਅਨ ਹੈਗੇ ਨੇ, ਅਤੇ 80 ਨਸਲਾਂ ਦੇ ਮੁਸਲਮਾਨ ਔਰ ਦੂਜੇ ਨਸਲਾਂ ਦੇ ਈਸਾਈ ਵਗੈਰਾ ਉੱਥੇ ਰਹਿੰਦੇ ਨੇ। ਅਤੇ ਉਹ ਬਾਜ਼ ਔਕਾਤ ਉਹਨਾਂ ਦੇ ਆਪਸ ਦੇ ਵਿੱਚ ਮਸਾਇਲ ਵੀ ਹੁੰਦੇ ਨੇ, ਤਸਾਦਮ ਵੀ ਹੋ ਜਾਂਦੇ ਨੇ, ਲੇਕਿਨ ਜਨਰਲੀ ਮਾਹੌਲ ਉੱਤੇ ਐਸਾ ਨਹੀਂ ਹੈਗਾ ਕਿ ਉਹਨੂੰ ਬਦਅਮਨੀ ਨਹੀਂ ਕਿਹਾ ਜਾ ਸਕੇ। ਅਤੇ ਇਹ ਸੂਰਤ ਹਾਲ ਦੇ ਵਿੱਚ ਫਿਰ ਅਸੀਂ ਗੱਲ ਇਹ ਕਰਾਂਗੇ ਕਿ ਇਹਨਾਂ ਨੂੰ ਹੈਂਡਲ ਪ੍ਰੋਪਰ ਤਰੀਕੇ ਨਾਲ ਕਰਨਾ ਚਾਹੀਦਾ ਸੀ। ਔਰ ਦੋ ਤਰਫਾ ਮੁਲਕਾਂ ਦੇ ਮਾਮਲਾ 'ਤੇ ਇਹ ਸਫਾਰਤੀ ਅਮਲਾ ਉਹਨੂੰ ਠੀਕ ਰੱਖਦਾ ਹੈ, ਹਕੂਮਤਾਂ ਠੀਕ ਰੱਖਦੀਆਂ। ਸਾਡੀ ਹਕੂਮਤ ਔਰ ਸਫਾਰਤੀ ਅਮਲਾ ਦੋਵਾਂ ਦੀ ਜਿਹੜਾ ਸੀ ਰੱਦ ਅਮਲ ਇਸ ਇਸ਼ੂ ਦੇ ਉੱਤੇ ਉਹ ਸੁਸਤੀ 'ਤੇ ਮਬਨੀ ਸੀ ਔਰ ਗਫਲਤ 'ਤੇ ਮਬਨੀ ਸੀ। ਇਹਨੂੰ ਮੰਨ ਲਵੋ ਔਰ ਬਰਾਹ ਕਰਮ ਉਹਨਾਂ ਜਗ੍ਹਾ ਦੀ ਕੇਅਰ ਕਰੋ ਜਿੱਥੇ ਪਾਕਿਸਤਾਨੀਆਂ ਨੂੰ ਸਸਤੀ ਕੋਈ ਸਹੂਲੀਅਤ ਮਿਲ ਜਾਂਦੀਆਂ ਨੇ, ਔਰ ਪਾਕਿਸਤਾਨ ਦੇ ਨਿਚਲੇ ਤਬਕਾਤ ਜਿੱਥੇ ਰਿਲੀਫ ਵਾਸਤੇ ਜਾ ਰਹੇ ਨੇ। ਅਤੇ ਜਿਉਂਦੇ ਰਹੋ, ਵਾਸਤੇ ਰਹੋ, ਅਤੇ ਸਬਸਕ੍ਰਾਈਬ ਜਨਾਬ ਕਰਦੇ।